दोस्तों आज ਆਪਾਂ ਗੱਲ ਕਰਾਂਗੇ ਬਿਲਕਿਸ ਬਾਨੋ ਦੇ ਗੈਂਗਰੇਪ ਕੇਸ ਜਿਸ ਦੇ ਵਿੱਚ 11 ਅਦਾਲਤ ਵੱਲੋਂ ਸਜ਼ਾਯਾਫਤਾ ਅਪਰਾਧੀਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਤਾ ਜਾਂਦਾ ਹੈ। 15 ਅਗਸਤ ਦੇਸ਼ ਦੀ ਆਜ਼ਾਦੀ ਦਿਹਾੜੇ ਦੇ ਦਿਨ ਜਿਸ ਦਿਨ ਪੂਰੇ ਦੁਨੀਆ ਤੇ ਦੇਸ਼ ਭਰ ਦੇ ਵਿੱਚ ਤਿਰੰਗੇ ਲਹਿਰਾਏ ਜਾ ਰਹੇ ਸਨ ਉਸੇ ਦਿਨ 11 ਇਹਨਾਂ ਕੁਖਿਆਤ ਅਪਰਾਧੀਆਂ ਜਿਨ੍ਹਾਂ ਨੇ ਰੇਪ ਗੈਂਗਰੇਪ ਤੇ ਮਰਡਰ ਵਰਗੀ ਇੱਕ ਬਹੁਤ ਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਾਲ 2002 ਦੇ ਵਿੱਚ ਉਹਨਾਂ ਨੂੰ 15 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਹੁਤ ਹੀ ਸੌਖੇ ਤਰੀਕੇ ਨਾਲ ਰਿਹਾ ਕਰ ਦਿੱਤਾ ਗਿਆ। ਸੋ ਇਹਨਾਂ ਨੂੰ ਰਿਹਾ ਕਿਹੜੇ ਹਾਲਾਤ ਦੇ ਵਿੱਚ ਕੀਤਾ ਗਿਆ, ਕਾਨੂੰਨ ਦਾ ਕਿਹੜਾ ਪੈਂਤੜਾ, ਜੂਰਿਸਡਿਕਸ਼ਨ ਤੇ ਅਧਿਕਾਰ ਦਾ ਕਿਹੜਾ ਕਲੈਸ਼ ਸਾਹਮਣੇ ਆਇਆ, ਅਦਾਲਤਾਂ ਦੇ ਵਿੱਚ ਕੀ ਗਫਲਤ ਹੋਈ ਤੇ ਕੀ ਅਜਿਹੇ ਕਾਰਨ ਰਹੇ ਕਿ ਇਹ ਲੋਕ ਬਹੁਤ ਹੀ ਸੌਖੇ ਤਰੀਕੇ ਨਾਲ ਐਸਾ ਕੁਕਰਮ ਕਰਨ ਦੇ ਬਾਵਜੂਦ ਵੀ ਜੇਲ੍ਹ ਤੋਂ ਬਾਹਰ ਆ ਗਏ। ਅੱਜ ਇਹ ਲੋਕ ਆਜ਼ਾਦ ਹੈਗੇ ਨੇ। ਇਹਨਾਂ ਦੀਆਂ ਤਸਵੀਰਾਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾਉਂਦਿਆਂ ਹੋਇਆਂ ਵਾਇਰਲ ਹੋਈਆਂ। ਇਸ ਤੋਂ ਬਾਅਦ ਸਵਾਲ ਇਹੀ ਖੜੇ ਹੋਏ ਕਿ ਉਹ ਬਿਲਕਿਸ ਬਾਨੋ ਜਿਸ ਨੂੰ ਕਿ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ, ਗੁਜਰਾਤ ਦੀ ਉਸ ਵਕਤ ਦੀ ਨਰਿੰਦਰ ਮੋਦੀ ਦੀ ਸਰਕਾਰ ਜਿਸ ਨੇ ਕਿ ਇਸ ਅਬਲਾ ਮਹਿਲਾ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ, ਹਾਰ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਮਹਿਲਾ ਦੀ ਪੈਰਵੀ ਕੀਤੀ, ਮਾਮਲਾ ਸੁਪਰੀਮ ਕੋਰਟ ਪੁੱਜਾ, ਸੀਬੀਆਈ ਜਾਂਚ ਹੋਈ, ਮੁਕੱਦਮਾ ਗੁਜਰਾਤ ਤੇ ਅਹਿਮਦਾਬਾਦ ਤੋਂ ਟ੍ਰਾਂਸਫਰ ਕਰਕੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਚਲਾਇਆ ਗਿਆ। ਅਖੀਰ ਦੇ ਵਿੱਚ 2008 ਦੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਨੇ 11 ਉਹਨਾਂ ਲੋਕਾਂ ਨੂੰ ਸਜ਼ਾ ਸੁਣਾਈ। ਇੱਕ ਅਜਿਹਾ ਰੇਪਿਸਟ ਤੇ ਮਰਡਰਰ ਸੀ ਜਿਸ ਦੀ ਇਸ ਟ੍ਰਾਇਲ ਦੇ ਦੌਰਾਨ ਮੌਤ ਹੋ ਚੁੱਕੀ ਸੀ। 7 ਲੋਕਾਂ ਨੂੰ ਇਸ ਕੇਸ ਦੇ ਵਿੱਚ ਰਿਹਾ ਵੀ ਕਰਤਾ ਗਿਆ, ਯਾਨੀ ਕਿ ਉਹਨਾਂ ਨੂੰ ਦੋਸ਼ ਮੁਕਤ ਵੀ ਕਰਤਾ ਗਿਆ। ਲੇਕਿਨ 11 ਅਜਿਹੇ ਕਨਵਿਕਟ ਸਨ ਜਿਨ੍ਹਾਂ ਨੂੰ ਇਸ ਕੁਕਰਮ ਦਾ ਦੋਸ਼ੀ ਮੰਨਿਆ ਗਿਆ ਸੀ, ਇਸ ਅਪਰਾਧ ਦਾ ਦੋਸ਼ੀ ਮੰਨਿਆ ਗਿਆ ਸੀ। ਤੇ ਇਹ ਅਪਰਾਧ ਜੇ ਰੇਅਰੈਸਟ ਆਫ ਰੇਅਰ ਕੈਟੇਗਰੀ ਵਿੱਚ ਨਹੀਂ ਆਉਂਦਾ ਤਾਂ ਫਿਰ ਦੁਨੀਆ ਦਾ ਕਿਹੜਾ ਅਪਰਾਧ ਰੇਅਰੈਸਟ ਆਫ ਰੇਅਰ ਕੈਟੇਗਰੀ ਵਿੱਚ ਆਉਣਾ ਚਾਹੀਦਾ ਹੈ। ਅੱਜ ਆਪਾਂ ਜੂਰਿਸਡਿਕਸ਼ਨ ਦੇ ਨਾਲ ਕਾਨੂੰਨੀ ਨੁਕਤਿਆਂ ਦੇ ਨਾਲ ਜੁੜੇ ਹੋਏ ਕਈ ਇਸ਼ੂਜ਼ ਨੂੰ ਟੱਚ ਕਰਾਂਗੇ ਜੋ ਕਿ ਸਾਨੂੰ ਸਮਝਣ ਵਿੱਚ ਮਦਦ ਕਰਨਗੇ ਕਿ ਆਖਰ ਬਿਲਕਿਸ ਬਾਨੋ ਦੇ ਅਪਰਾਧੀ ਇੰਨੇ ਸੌਖੇ ਤਰੀਕੇ ਨਾਲ ਜੇਲ੍ਹਾਂ ਵਿੱਚੋਂ ਕਿਵੇਂ ਰਿਹਾ ਹੋ ਗਏ। ਸਭ ਤੋਂ ਪਹਿਲਾਂ ਤੁਹਾਨੂੰ ਫਲੈਸ਼ਬੈਕ ਦੇ ਵਿੱਚ ਲੈ ਕੇ ਚੱਲਦੇ ਹਾਂ। 2002 ਦੇ ਵਿੱਚ ਗੁਜਰਾਤ ਦੇ ਵਿੱਚ ਫਰਵਰੀ ਦੇ ਆਖਰੀ ਹਫ਼ਤੇ ਦੇ ਵਿੱਚ ਇੱਕ ਘਟਨਾ ਹੁੰਦੀ ਹੈ। ਸਾਬਰਮਤੀ ਐਕਸਪ੍ਰੈਸ ਦੇ ਵਿੱਚ ਕਾਰ ਸੇਵਕਾਂ ਦੀ ਇੱਕ ਬੋਗੀ ਨੂੰ ਅੱਗ ਲਾਤੀ ਜਾਂਦੀ ਹੈ। ਇਸ ਵਾਰਦਾਤ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਤਕਰੀਬਨ 50 ਤੋਂ ਵੱਧ ਜਿਹੜੇ ਕਾਰ ਸੇਵਕ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਦੰਗੇ ਭੜਕ ਜਾਂਦੇ ਨੇ। ਇਹ ਫਿਰਕੂ ਦੰਗੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿੱਚ ਹੁੰਦੇ ਨੇ। ਨਰਿੰਦਰ ਮੋਦੀ ਉਸ ਵਕਤ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਨੇ ਤੇ ਇਹਨਾਂ ਦੰਗਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਬੁਰੀ ਤਰ੍ਹਾਂ ਉਹ ਨਾਕਾਮਯਾਬ ਰਹਿੰਦੇ ਨੇ। ਸੋ ਕਿ ਉਸ ਵਕਤ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਦੋਂ ਗੁਜਰਾਤ ਦੇ ਇਹਨਾਂ ਭੜਕੇ ਹੋਏ ਦੰਗਿਆਂ ਦੀ ਸਮੀਖਿਆ ਕਰਨ ਗੁਜਰਾਤ ਪਹੁੰਚਦੇ ਨੇ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਟਿੱਪਣੀ ਕਰਦੇ ਹੈਗੇ ਨੇ ਕਿ ਰਾਜ ਧਰਮ ਦਾ ਪਾਲਨ ਕਰਨਾ ਚਾਹੀਦਾ ਸੀ। ਉਸ ਵਕਤ ਨਰਿੰਦਰ ਮੋਦੀ ਦਾ ਮੂੰਹ ਜਿਹੜਾ ਹੈ ਉਹ ਵੇਖਣ ਵਾਲਾ ਹੁੰਦਾ ਹੈ। ਲੇਕਿਨ ਇਹਨਾਂ ਦੰਗਿਆਂ ਦੇ ਵਿੱਚ ਸੈਂਕੜਾਂ ਦੀ ਗਿਣਤੀ ਦੇ ਵਿੱਚ ਘੱਟ ਗਿਣਤੀ ਸਮੁਦਾਇ ਦੇ ਲੋਕ ਮਾਰੇ ਗਏ। ਦੋਵੇਂ ਪਾਸਿਆਂ ਦਾ ਨੁਕਸਾਨ ਹੋਇਆ, ਲੇਕਿਨ ਮੁਸਲਿਮ ਭਾਈਚਾਰੇ ਦਾ ਨੁਕਸਾਨ ਜ਼ਿਆਦਾ ਹੋਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਰੂਲਡ ਇੱਕ ਸਰਕਾਰ ਗੁਜਰਾਤ ਦੇ ਵਿੱਚ ਚੱਲਦੀ ਪਈ ਸੀ। ਸੋ ਉਹ ਜਿਹੜੀ ਵੀ ਵਾਰਦਾਤਾਂ, ਜਿਹੜੇ ਵੀ ਕੁਕਰਮ, ਜਿਹੜੇ ਵੀ ਅਪਰਾਧ ਮੁਸਲਿਮਾਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਉਸ ਵਕਤ ਡਾਇਰੈਕਟਡ ਸਨ, ਉਹਨਾਂ ਦੇ ਵਿੱਚ ਤਫਤੀਸ਼ਾਂ ਢਿੱਲੀਆਂ ਰਹੀਆਂ, ਪੈਰਵੀਆਂ ਵੀ ਸਰਕਾਰਾਂ ਵੱਲੋਂ ਢਿੱਲੀਆਂ ਰਹੀਆਂ ਤੇ ਬਹੁਤ ਸੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲ ਪਾਈਆਂ। ਅਜਿਹਾ ਹੀ ਕੇਸ ਹੁੰਦਾ ਹੈ ਗੁਜਰਾਤ ਦੇ ਰਾਧਿਕਪੁਰ ਜਿਹੜਾ ਪਿੰਡ ਹੁੰਦਾ ਹੈ ਜਿਸ ਵਿੱਚ ਕਿ ਬਿਲਕਿਸ ਬਾਨੋ ਤੇ ਉਸਦਾ ਪਰਿਵਾਰ ਰਹਿੰਦਾ ਹੁੰਦਾ ਹੈ। ਲੇਕਿਨ ਜਦੋਂ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਹੋ ਜਾਂਦਾ ਹੈ, ਸਾਬਰਮਤੀ ਐਕਸਪ੍ਰੈਸ ਨੂੰ ਅੱਗ ਲਾਏ ਜਾਣ ਤੋਂ ਬਾਅਦ ਜਦੋਂ ਕਾਰ ਸੇਵਕਾਂ ਦੀ ਮੌਤ ਹੋ ਜਾਂਦੀ ਹੈ, ਦੰਗੇ ਭੜਕ ਜਾਂਦੇ ਨੇ ਤੇ ਪੂਰਾ ਦਾ ਪੂਰਾ ਗੁਜਰਾਤ ਤੇ ਉਸਦੇ ਕਾਫੀ ਜ਼ਿਲ੍ਹੇ ਜਿਹੜੇ ਹੈਗੇ ਨੇ ਫਿਰਕੂ ਤਣਾਅ ਤੇ ਫਿਰਕੂ ਅੱਗ ਦੇ ਵਿੱਚ ਝੁਲਸ ਰਹੇ ਹੁੰਦੇ ਨੇ। ਰਾਧਿਕਪੁਰ ਦਾ ਇੱਕ ਮੁਸਲਮਾਨਾਂ ਦਾ ਜਿਹੜਾ ਝੁੰਡ ਹੁੰਦਾ ਹੈ ਜਿਸ ਵਿੱਚ ਕਿ ਬਿਲਕਿਸ ਬਾਨੋ ਦਾ ਪਰਿਵਾਰ, ਖੁਦ ਬਿਲਕਿਸ ਬਾਨੋ, ਉਸਦੀ 3.5 ਸਾਲ ਦੀ ਬੱਚੀ ਤੇ 15 ਹੋਰ ਲੋਕ ਉਸਦੇ ਪਰਿਵਾਰ ਦੇ ਹੁੰਦੇ ਨੇ, ਜਿਸ ਵਿੱਚ ਕਾਫੀ ਗਿਣਤੀ ਦੀਆਂ ਮਹਿਲਾਵਾਂ ਹੁੰਦੀਆਂ ਨੇ। ਉਹ ਆਪਣਾ ਰਾਧਿਕਪੁਰ ਪਿੰਡ ਛੱਡ ਕੇ ਇੱਕ ਨਾਲ ਦੇ ਜ਼ਿਲ੍ਹੇ ਦੇ ਵਿੱਚ ਕਿਸੇ ਸੇਫ ਥਾਂ ਤੇ ਪਹੁੰਚਦੇ ਨੇ। ਲੇਕਿਨ ਇਹ ਜ਼ਿਲ੍ਹਾ ਵੀ ਉਹਦਾ ਸੇਫ ਹੋਣ ਲਈ ਨਹੀਂ ਹੁੰਦਾ। 3 ਮਾਰਚ ਨੂੰ ਇੱਕ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਤਕਰੀਬਨ 20 ਤੋਂ 30 ਲੋਕ ਲਾਠੀਆਂ, ਡੰਡੇ ਤੇ ਤਲਵਾਰਾਂ ਵਗੈਰਾ ਲੈ ਕੇ ਇਹਨਾਂ ਦੇ ਇਸ ਘਰ ਦੇ ਉੱਤੇ ਹਮਲਾ ਕਰ ਦਿੰਦੇ ਨੇ। ਇਸ ਚਪੇੜ ਦੇ ਵਿੱਚ ਪਰਿਵਾਰ ਦੀਆਂ ਮਹਿਲਾਵਾਂ ਆਉਂਦੀਆਂ ਨੇ ਤੇ ਉਸ ਦਿਨ ਜੋ ਕੁਝ ਹੁੰਦਾ ਹੈ ਉਹ ਪੂਰੀ ਦੀ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ਹੁੰਦੀ ਹੈ। ਬਿਲਕਿਸ ਬਾਨੋ ਦਾ ਗੈਂਗਰੇਪ ਕੀਤਾ ਜਾਂਦਾ ਹੈ। 4 ਤੋਂ 5 ਲੋਕ ਉਸ ਨੂੰ ਵਾਰੀ-ਵਾਰੀ ਗੈਂਗਰੇਪ ਕਰਦੇ ਨੇ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬਿਲਕਿਸ ਬਾਨੋ ਖੁਦ ਪ੍ਰੈਗਨੈਂਟ ਹੁੰਦੀ ਹੈ। ਉਸਦੇ 3.5 ਸਾਲ ਦੀ ਬੱਚੀ ਨੂੰ ਉਸਦੇ ਸਾਹਮਣੇ ਹੀ ਸ਼ੈਲੇਸ਼ ਪੱਟ ਨਾਂ ਦਾ ਇੱਕ ਹਮਲਾਵਰ ਦੇ ਝੁੰਡਾਂ ਦੇ ਵਿੱਚੋਂ ਇੱਕ ਜਿਹੜਾ ਸ਼ਖਸ ਹੁੰਦਾ ਹੈ ਉਹ ਜ਼ਮੀਨ ਦੇ ਨਾਲ ਪਟਕ ਕੇ ਮਾਰ ਦਿੰਦਾ ਹੈ। ਇਹ ਸਭ ਕੁਝ ਉਸਦੇ ਨਾਲ ਹੋ ਰਿਹਾ ਹੁੰਦਾ ਹੈ। ਉਸਦੀ ਅਜ਼ਮਤ ਟੁੱਟੀ ਜਾ ਰਹੀ ਹੁੰਦੀ ਹੈ। ਉਸ ਤੋਂ ਬਾਅਦ ਉਸਦੀ ਮਾਂ ਤੇ ਉਸਦੀਆਂ 2 ਭੈਣਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਇਹ ਗੈਂਗਰੇਪ ਇਹਨਾਂ ਹਮਲਾਵਰਾਂ ਦੀ ਟੋਲੀ ਵੱਲੋਂ ਕੀਤਾ ਜਾਂਦਾ ਹੈ।
ਦੱਸਿਆ ਜਾਂਦਾ ਹੈ ਕਿ ਘੱਟ ਗਿਣਤੀ ਸਮੁਦਾਇ ਦੇ ਇਹ 17 ਲੋਕਾਂ ਦਾ ਗਰੁੱਪ ਹੁੰਦਾ ਹੈ ਜੋ ਕਿ ਦੰਗਾਈਆਂ ਦਾ ਨਿਸ਼ਾਨਾ ਬਣਿਆ ਹੁੰਦਾ ਹੈ। ਇਹਨਾਂ ਵਿੱਚੋਂ ਬਾਅਦ ਦੇ ਵਿੱਚ 8 ਲੋਕਾਂ ਦੀ ਲਾਸ਼ਾਂ ਉਸ ਮੌਕੇ ਵਾਰਦਾਤ ਤੋਂ ਮਿਲੀਆਂ। 6 ਲੋਕਾਂ ਜਿਨ੍ਹਾਂ ਵਿੱਚ ਕੁਝ ਮਹਿਲਾਵਾਂ ਵੀ ਸਨ ਉਹਨਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗ ਪਾਇਆ ਤੇ 3 ਅਜਿਹੇ ਲੋਕ ਸਨ ਜੋ ਕਿ ਇਸ ਵਾਰਦਾਤ ਦੇ ਵਿੱਚ ਜਿਉਂਦੇ ਬਚਣ ਦੇ ਵਿੱਚ ਕਾਮਯਾਬ ਰਹੇ। ਇੱਕ ਪੁਰਸ਼, ਇੱਕ ਛੋਟਾ ਜਿਹਾ ਬੱਚਾ ਤੇ ਖੁਦ ਬਿਲਕਿਸ ਬਾਨੋ। ਬਾਅਦ ਦੇ ਵਿੱਚ ਬਿਲਕਿਸ ਬਾਨੋ ਇਸ ਘਟਨਾ ਤੋਂ ਬਾਅਦ ਕੁਝ ਘੰਟੇ ਬਾਅਦ ਹੋਸ਼ ਵਿੱਚ ਆਈ, ਜਿਸ ਦੌਰਾਨ ਉਸਦੇ ਸਰੀਰ ਉੱਤੇ ਕੱਪੜੇ ਨਹੀਂ ਸਨ। ਉਸਨੇ ਇੱਕ ਆਦੀਵਾਸੀ ਮਹਿਲਾ ਤੋਂ ਕੱਪੜੇ ਲੈ ਕੇ ਸਥਾਨਕ ਪੁਲਿਸ ਥਾਣੇ ਦੇ ਵਿੱਚ ਪਹੁੰਚ ਕੀਤੀ, ਲੇਕਿਨ ਪੁਲਿਸ ਨੇ ਵੀ ਉਸ ਦੀ ਸ਼ਿਕਾਇਤ ਨੂੰ ਜਾਂ ਉਸ ਦੀ ਜਿਹੜੀ ਹੱਡਬੀਤੀ ਸੀ ਉਸ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਉਸ ਦੰਗੇ ਦੇ ਮਾਹੌਲ ਦੇ ਵਿੱਚ ਨਹੀਂ ਲਿਆ। ਬਾਅਦ ਦੇ ਵਿੱਚ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਕੋਲ ਜਦੋਂ ਇਹ ਕੇਸ ਪੁੱਜਾ, ਉਸ ਵਕਤ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਇਸ ਕੇਸ ਦੇ ਵਿੱਚ ਇੱਕ ਸੀਬੀਆਈ ਇਨਕੁਆਇਰੀ ਦੀ ਜਿਹੜਾ ਆਰਡਰ ਸੀ, ਫੈਸਲਾ ਸੀ, ਉਹ ਦਵਾਇਆ, ਜਿਸ ਤੋਂ ਬਾਅਦ ਇਸ ਕੇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ। ਸੀਬੀਆਈ ਨੇ ਬਾਅਦ ਦੇ ਵਿੱਚ ਸਾਰੀ ਕੜੀਆਂ ਵੀ ਜੋੜੀਆਂ ਤੇ ਉਸ ਵਕਤ ਜਿੰਨੇ ਵੀ ਲੋਕ ਇਸ ਵਾਰਦਾਤ ਦੇ ਵਿੱਚ ਇਨਵੋਲਵ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਗ੍ਰਿਫਤਾਰ ਕੀਤਾ ਜਾਣਾ ਵੀ ਸ਼ੁਰੂ ਕੀਤਾ ਗਿਆ। ਲੇਕਿਨ ਜਦੋਂ ਪੂਰੇ ਦੇ ਪੂਰੇ ਮੁਕੱਦਮੇ ਦਾ ਟ੍ਰਾਇਲ ਜਾਰੀ ਸੀ, ਉਸ ਵਕਤ ਬਿਲਕਿਸ ਬਾਨੋ ਵੱਲੋਂ ਇਹ ਖਤਰਾ ਜਤਾਇਆ ਗਿਆ ਕਿ ਉਸ ਦੀ ਸੁਰੱਖਿਆ ਖਤਰੇ ਵਿੱਚ ਹੈ, ਉਸ ਦੀ ਜਾਨ ਨੂੰ ਖਤਰਾ ਹੈ, ਉਸ ਨੂੰ ਧਮਕੀਆਂ ਆ ਰਹੀਆਂ ਨੇ, ਜਿਸ ਦੇ ਚੱਲਦੇ ਗੁਜਰਾਤ ਦੇ ਵਿੱਚੋਂ, ਅਹਿਮਦਾਬਾਦ ਦੇ ਵਿੱਚੋਂ ਇਹ ਟ੍ਰਾਇਲ, ਇਸ ਮੁਕੱਦਮੇਬਾਜ਼ੀ ਨੂੰ ਸ਼ਿਫਟ ਕਰਕੇ ਗੁਆਂਢੀ ਰਾਜ ਮਹਾਰਾਸ਼ਟਰ ਤੇ ਮੁੰਬਈ ਦੇ ਵਿੱਚ ਤਬਦੀਲ ਕਰਤਾ ਗਿਆ। ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਘਟਨਾ ਤੋਂ ਯਾਨੀ ਕਿ 2002 ਦੀ ਮਾਰਚ 3 ਦੀ ਇਸ ਘਟਨਾ ਤੋਂ ਠੀਕ 6 ਸਾਲ ਬਾਅਦ ਆਪਣਾ ਫੈਸਲਾ ਇਸ ਕੇਸ ਵਿੱਚ ਸੁਣਾਇਆ। ਕੇਸ ਵਿੱਚ ਸੀਬੀਆਈ ਨੇ ਆਪਣੀ ਤਫਤੀਸ਼ ਦੇ ਵਿੱਚ ਕੁੱਲ 19 ਲੋਕਾਂ ਦੇ ਖਿਲਾਫ ਜਿਹੜੇ ਆਰੋਪ ਸੀ ਉਹ ਲਾਏ ਸੀ, ਚਾਰਜ ਸ਼ੀਟ ਵਗੈਰਾ ਫਾਈਲ ਕੀਤੀ ਗਈ ਸੀ, ਜਿਸ ਵਿੱਚ ਜਨਵਰੀ 2008 ਯਾਨੀ ਕਿ 6 ਸਾਲ ਦੇ ਟ੍ਰਾਇਲ ਤੋਂ ਬਾਅਦ 11 ਲੋਕਾਂ ਨੂੰ ਸਜ਼ਾ ਸੁਣਾਈ ਗਈ। ਜ਼ਿਆਦਾਤਰ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੁਆਂਟਮ ਆਫ ਪਨਿਸ਼ਮੈਂਟ ਵੱਖ-ਵੱਖ ਸੀ। ਇਸ ਕੇਸ ਦੇ ਵਿੱਚ ਬਿਲਕਿਸ ਬਾਨੋ ਦਾ ਬਲਾਤਕਾਰ ਕਰਨ ਵਾਲੇ ਮੁੱਖ ਤੌਰ ਤੇ 4 ਲੋਕ ਸਾਹਮਣੇ ਆਏ ਸਨ। ਇਹਨਾਂ ਵਿੱਚ ਜਸਵੰਤ ਭਾਈ ਨਾਈ, ਗੋਵਿੰਦ ਭਾਈ ਨਾਈ, ਇਸ ਤੋਂ ਇਲਾਵਾ ਇੱਕ ਨਰੇਸ਼ ਕੁਮਾਰ ਮੋੜੀਆ ਨਾਂ ਦਾ ਕਿਰਦਾਰ ਸੀ, ਸ਼ਖਸ ਸੀ, ਜਿਸ ਦੀ ਕਿ ਟ੍ਰਾਇਲ ਦੇ ਦੌਰਾਨ ਹੀ ਮੌਤ ਹੋ ਚੁੱਕੀ ਸੀ। ਚੌਥਾ ਜਿਹੜਾ ਸ਼ਖਸ ਸੀ ਜਿਸਨੇ ਬਲਾਤਕਾਰ ਤਾਂ ਨਹੀਂ ਕੀਤਾ ਸੀ, ਲੇਕਿਨ ਬਿਲਕਿਸ ਬਾਨੋ ਦੀ ਜਿਹੜੀ ਬੇਟੀ ਸੀ ਜਿਸ ਦਾ ਨਾਂ ਸ਼ਾਇਦ ਸਲੇਹਾ ਸੀ, ਉਸ ਨੂੰ ਜ਼ਮੀਨ ਦੇ ਨਾਲ ਪਟਕ ਕੇ ਬਿਲਕਿਸ ਬਾਨੋ ਦੀ ਅੱਖਾਂ ਦੇ ਸਾਹਮਣੇ ਹੀ ਉਸੇ ਵਕਤ ਮਾਰ ਦਿੱਤਾ ਸੀ। ਸੋ ਇਹ 4 ਲੋਕਾਂ ਦਾ ਜਿਹੜਾ ਕ੍ਰਾਈਮ ਸੀ ਉਹ ਕਾਫੀ ਜ਼ਿਆਦਾ ਹੀਨਸ ਸੀ। ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 2008 ਵਿੱਚ ਇਹਨਾਂ ਨੂੰ ਸਜ਼ਾ ਸੁਣਾਈ। ਮੁੰਬਈ ਦੀ ਇਸ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਉੱਤੇ ਬੰਬੇ ਹਾਈ ਕੋਰਟ ਨੇ ਸਾਲ 2017 ਦੇ ਵਿੱਚ ਆਪਣੀ ਮੋਹਰ ਲਾਈ ਤੇ ਇਹ ਜਿਹੜੀ ਵੀ ਸਜ਼ਾ 11 ਕਨਵਿਕਟਸ ਨੂੰ ਕੀਤੀ ਗਈ ਸੀ ਉਹਨਾਂ ਨੂੰ ਬਰਕਰਾਰ ਰੱਖਿਆ। 2022 ਆਉਂਦਿਆਂ ਇਹਨਾਂ ਸਾਰੇ ਦੇ ਸਾਰੇ ਕਨਵਿਕਟਾਂ ਦੀ ਤਕਰੀਬਨ 15 ਜਾਂ 16 ਸਾਲਾਂ ਦੀਆਂ ਜਿਹੜੀਆਂ ਕੈਦਾਂ ਸੀ ਉਹ ਪੂਰੀਆਂ ਹੋ ਚੁੱਕੀਆਂ ਸਨ। ਹੁਣ ਗੁਜਰਾਤ ਦੇ ਵਿੱਚ ਇੱਕ ਪਾਲਿਸੀ ਸੀ ਜੋ ਕਿ 1992 ਤੋਂ ਤੁਰੀ ਆ ਰਹੀ ਸੀ, ਜਿਸ ਦੇ ਵਿੱਚ ਕਿ ਰਿਮਿਸ਼ਨ ਆਫ ਸੈਂਟੈਂਸਸ ਯਾਨੀ ਕਿ ਸਜ਼ਾ ਮਾਫੀ, ਸਜ਼ਾ ਨੂੰ ਘੱਟ ਕਰਨ ਦਾ ਜਿਹੜਾ ਇੱਕ ਪ੍ਰੋਸੀਜਰ ਤੇ ਪਾਲਿਸੀ ਸੀ, ਉਸ ਮੁਤਾਬਕ ਬਹੁਤ ਕੁਝ ਕੀਤਾ ਜਾ ਸਕਦਾ ਸੀ। ਇਸ ਪਾਲਿਸੀ ਨੂੰ 2013 ਦੇ ਵਿੱਚ ਬਦਲਿਆ ਗਿਆ ਸੀ। ਇਸ 2013 ਦੇ ਵਿੱਚ ਜਿਹੜੀ ਪਾਲਿਸੀ ਦਾ ਬਦਲਾਅ ਸੀ ਇਹ ਬੜਾ ਮਹੱਤਵਪੂਰਨ ਸੀ, ਕਿਉਂਕਿ ਇਸ ਦੇ ਵਿੱਚ ਇਸ ਚੀਜ਼ ਨੂੰ ਕੋਡੀਫਾਈ ਕੀਤਾ ਗਿਆ ਸੀ ਕਿ ਜੇ ਕੋਈ ਹੀਨਸ ਕ੍ਰਾਈਮ ਹੁੰਦਾ ਹੈ, ਕੋਈ ਅਜਿਹਾ ਰੇਅਰੈਸਟ ਆਫ ਰੇਅਰ ਕ੍ਰਾਈਮ ਹੁੰਦਾ ਹੈ, ਉਹਨਾਂ ਕੇਸਾਂ ਦੇ ਵਿੱਚ ਸੈਂਟੈਂਸਸ ਦੀ ਜਿਹੜੀ ਰਿਮਿਸ਼ਨ ਹੁੰਦੀ ਹੈ ਯਾਨੀ ਕਿ ਸਜ਼ਾ ਮਾਫੀ ਹੈ, ਉਸ ਨੂੰ ਕਰਨ ਤੋਂ ਪਹਿਲਾਂ ਉਸ ਦੇ ਮੈਰਿਟ ਨੂੰ ਕਾਫੀ ਜ਼ਿਆਦਾ ਸਟ੍ਰਿਕਟਲੀ ਦੇਖਿਆ ਜਾਏ, ਉਸ ਦੀ ਕੋਖ ਬਹੁਤ ਹੀ ਗਹਿਰਾਈ ਦੇ ਵਿੱਚ ਜਾ ਕੇ ਕੀਤੀ ਜਾਏ। ਲੇਕਿਨ ਇਸੇ ਸਾਲ 2022 ਦੇ ਵਿੱਚ ਇਸ ਕੇਸ ਦੇ ਵਿੱਚ ਇੱਕ ਨਵਾਂ ਚੈਪਟਰ ਜੁੜਦਾ ਹੈ, ਜਦੋਂ ਕਿ ਜਿਹੜੇ ਵੀ ਦੋਸ਼ੀ ਮੁਜਰਮ ਕਰਾਰ ਦਿੱਤੇ ਗਏ ਅਪਰਾਧੀ ਸਨ, ਉਹਨਾਂ ਵੱਲੋਂ ਅਦਾਲਤਾਂ ਦੇ ਵਿੱਚ ਆਪਣੀ ਸਜ਼ਾ ਦੀ ਮਾਫੀ ਨੂੰ ਲੈ ਕੇ ਪਟੀਸ਼ਨਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਪਹਿਲਾ ਜਿਹੜਾ ਪਟੀਸ਼ਨਰ ਹੁੰਦਾ ਇਸ ਕੇਸ ਦੇ ਵਿੱਚ ਰਾਧੇ ਸ਼ਾਮ ਸ਼ਾਹ ਨਾਂ ਦਾ ਇੱਕ ਕੋ-ਅਕਿਊਜ਼ ਹੁੰਦਾ ਹੈ। 1 ਅਪ੍ਰੈਲ 2022 ਤੱਕ ਉਸ ਦੀ ਜਿਹੜੀ ਸਜ਼ਾ ਹੁੰਦੀ ਹੈ ਉਹ 15 ਸਾਲ 4 ਮਹੀਨੇ ਪੂਰੀ ਹੋ ਚੁੱਕੀ ਹੁੰਦੀ ਹੈ, ਜਿਸ ਤੋਂ ਬਾਅਦ ਕਿ ਉਹ ਗੁਜਰਾਤ ਹਾਈ ਕੋਰਟ ਦਾ ਰੁਖ ਕਰਦਾ ਹੈ। ਗੁਜਰਾਤ ਹਾਈ ਕੋਰਟ ਦੇ ਵਿੱਚ ਉਸ ਵੱਲੋਂ ਅਰਜ਼ੀ ਇਹ ਲਾਈ ਜਾਂਦੀ ਹੈ ਕਿ ਉਸ ਦੀ ਕਿਉਂਕਿ 14 ਸਾਲ ਤੋਂ ਉੱਤੇ ਦੀ ਸਜ਼ਾ ਹੋ ਚੁੱਕੀ ਹੈ, ਪੂਰੀ ਹੋ ਚੁੱਕੀ ਹੈ, ਇਸ ਵਾਸਤੇ ਉਹ ਸਜ਼ਾ ਮਾਫੀ ਲਈ ਅਪਲਾਈ ਕਰ ਸਕਦਾ ਹੈ। ਸੋ ਇਸ ਤਹਿਤ ਇਹਨਾਂ ਜਿਹੜਾ 11 ਅਪਰਾਧੀਆਂ ਦਾ ਕੇਸ ਸੀ ਇਹ ਪਹਿਲਾਂ ਗੁਜਰਾਤ ਹਾਈ ਕੋਰਟ ਕੋਲ ਗਿਆ ਤੇ ਗੁਜਰਾਤ ਹਾਈ ਕੋਰਟ ਨੇ ਇਹ ਕੇਸ ਨੂੰ ਖਾਰਜ ਕਰਤਾ, ਯਾਨੀ ਕਿ ਰਾਧੇ ਸ਼ਾਮ ਸ਼ਾਹ ਦੀ ਪਟੀਸ਼ਨ ਨੂੰ ਰਿਜੈਕਟ ਕਰਤਾ ਗਿਆ, ਇਹ ਕਹਿ ਕੇ ਕਿ ਉਸ ਦਾ ਜਿਹੜਾ ਕੇਸ ਸੀ ਉਸ ਦਾ ਪੂਰਾ ਮੁਕੱਦਮਾ ਤੇ ਟ੍ਰਾਇਲ ਗੁਆਂਢੀ ਰਾਜ ਮਹਾਰਾਸ਼ਟਰ ਵਿੱਚ ਚੱਲਿਆ। ਮਹਾਰਾਸ਼ਟਰ ਦੀ ਹੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਦੀ ਸਜ਼ਾ ਮੁਕਰਰ ਕੀਤੀ। ਇਸ ਵਾਸਤੇ ਜੇ ਕੋਈ ਵੀ ਜੁਰਿਸਡਿਕਸ਼ਨ ਇਸ ਕੇਸ ਦੇ ਵਿੱਚ ਸਜ਼ਾ ਨੂੰ ਘੱਟ ਕਰਨ ਦੀ ਜਾਂ ਸਜ਼ਾ ਮਾਫ ਕਰਨ ਦੀ ਹੈ ਤਾਂ ਉਹ ਮਹਾਰਾਸ਼ਟਰ ਰਾਜ ਦੀ ਹੈ।
ਇਸ ਫੈਸਲੇ ਦੇ ਖਿਲਾਫ, ਗੁਜਰਾਤ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ, ਇਹ ਪਟੀਸ਼ਨਰ ਰਾਧੇਸ਼ਾਮ ਸ਼ਾਹ ਜਿਹੜਾ ਸੀ ਇਹ ਸੁਪਰੀਮ ਕੋਰਟ ਆ ਕੇ ਖੜਾ ਹੋ ਜਾਂਦਾ ਹੈ ਤੇ 1 ਮਹੀਨੇ ਬਾਅਦ ਹੀ ਸੁਪਰੀਮ ਕੋਰਟ ਦਾ ਇੱਕ ਬੜਾ ਮਹੱਤਵਪੂਰਨ ਫੈਸਲਾ ਆਉਂਦਾ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਓਵਰਰੂਲ ਕਰ ਦਿੱਤਾ। ਹੁਣ ਇੱਕ ਬੜਾ ਮੇਜਰ ਟਰਨਿੰਗ ਪੁਆਇੰਟ ਸੀ ਕਿਉਂਕਿ ਸੁਪਰੀਮ ਕੋਰਟ ਨੇ ਇਹ ਚੀਜ਼ ਮੰਨੀ। ਇੱਕ ਤਾਂ ਸੁਪਰੀਮ ਕੋਰਟ ਨੇ ਪਾਲਿਸੀ ਦਾ ਵਿਸ਼ਾ ਕਲੀਅਰ ਕਰਤਾ। ਹੁਣ ਇੱਥੇ ਪਾਲਿਸੀ ਦਾ ਵਿਸ਼ਾ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਕਿ 1992 ਤੋਂ ਜਿਹੜੀ ਪਾਲਿਸੀ ਚੱਲੀ ਆ ਰਹੀ ਸੀ ਗੁਜਰਾਤ ਦੇ ਵਿੱਚ, ਉਸ ਦੇ ਵਿੱਚ ਕੋਈ ਜ਼ਿਆਦਾ ਸਖਤੀ ਨਹੀਂ ਸੀ। ਸਜ਼ਾਵਾਂ ਦੀ ਮਾਫੀ ਨੂੰ ਲੈ ਕੇ ਕੋਈ ਅਜਿਹੇ ਸਖਤ ਨਿਯਮ ਜਾਂ ਸਖਤ ਜਿਹੜੇ ਕਹਿ ਸਕਦੇ ਕਿ ਕੋਡ ਵਗੈਰਾ ਨਹੀਂ ਸੀ, ਲੇਕਿਨ 2013 ਦੇ ਵਿੱਚ ਇਸ ਪਾਲਿਸੀ ਨੂੰ ਸਖਤ ਕਰਤਾ ਗਿਆ ਸੀ। ਸੋ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇੱਕ ਤਾਂ ਇਹ ਚੀਜ਼ ਕਲੀਅਰ ਕੀਤੀ ਕਿ ਕਿਉਂਕਿ 2008 ਦੇ ਵਿੱਚ ਜਦੋਂ ਇਸ ਕੇਸ ਦਾ ਫੈਸਲਾ ਆਇਆ ਉਸ ਵਕਤ 1992 ਦੀ ਹੀ ਪਾਲਿਸੀ ਲਾਗੂ ਸੀ। 2013 ਦੀ ਪਾਲਿਸੀ ਇਸ ਕੇਸ ਦੇ ਟ੍ਰਾਇਲ ਦੇ ਫੈਸਲੇ ਆਉਣ ਤੋਂ 5 ਸਾਲ ਬਾਅਦ ਲਾਗੂ ਹੋਈ। ਸੋ 1992 ਦੀ ਹੀ ਪਾਲਿਸੀ ਦੇ ਤਹਿਤ ਇਹ ਸਜ਼ਾ ਮਾਫੀ ਜਾਂ ਰਿਮਿਸ਼ਨ ਆਫ ਸੈਂਟੈਂਸ ਹੈ ਉਹ ਸੰਭਵ ਹੋ ਸਕਦਾ ਹੈ। ਇਸ ਲਈ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਸੰਬੰਧਿਤ ਅਥਾਰਟੀਜ਼ ਨੂੰ ਇਸ ਕੇਸ ਉੱਤੇ ਵਿਚਾਰ ਕਰਨ ਲਈ ਜਾਂ ਇਸ ਕੇਸ ਉੱਤੇ ਆਪਣਾ ਫੈਸਲਾ ਸੁਣਾਉਣ ਲਈ ਕਿਹਾ। ਇਸ ਤੋਂ ਬਾਅਦ ਗੁਜਰਾਤ ਦੀ ਸਰਕਾਰ ਦਾ ਰਸਤਾ ਸਾਫ਼ ਸੀ, ਜੇਲ੍ਹ ਅਧਿਕਾਰੀਆਂ ਤੇ ਪ੍ਰਸ਼ਾਸਨ ਦਾ ਰਸਤਾ ਸਾਫ਼ ਹੋ ਗਿਆ ਤੇ ਉਹਨਾਂ ਨੇ ਰਾਧੇਸ਼ਾਮ ਸ਼ਾਹ ਦੇ ਨਾਲ ਉਹਨਾਂ ਹੋਰ 10 ਜਿਹੜੇ ਕਨਵਿਕਟ ਸੀ ਉਹਨਾਂ 10 ਅਪਰਾਧੀਆਂ ਦੀ ਵੀ ਸਜ਼ਾਵਾਂ ਨੂੰ ਮਾਫ ਕਰਤਾ ਤੇ 15 ਅਗਸਤ ਨੂੰ ਹੱਸਦੇ ਮੁਸਕਰਾਉਂਦੇ ਹੋਏ ਇਹ ਲੋਕ ਮਠਿਆਈ ਦੇ ਡੱਬੇ ਲੈ ਕੇ ਜੇਲ੍ਹਾਂ ਚੋਂ ਬਾਹਰ ਆ ਗਏ, ਬੇਸ਼ਰਮਾ ਵਾਂਗ ਆਪਣੀਆਂ ਤਸਵੀਰਾਂ ਖਿਚਵਾ ਲਈਆਂ ਤੇ ਪੂਰੇ ਦੇਸ਼ ਦੇ ਵਿੱਚ ਇਹ ਤਸਵੀਰਾਂ ਵਾਇਰਲ ਹੋ ਗਈਆਂ। ਜਿਸ ਤੋਂ ਬਾਅਦ ਅੱਜ ਪੂਰੇ ਦੇਸ਼ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਮੂਵਮੈਂਟ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸੁਪਰੀਮ ਕੋਰਟ ਦਾ ਉਹ ਫੈਸਲਾ ਜਿਸ ਤਹਿਤ ਕਿ ਉਹਨਾਂ ਨੇ ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਨਿਰਸਤ ਕੀਤਾ ਸੀ। ਹੁਣ ਸੁਪਰੀਮ ਕੋਰਟ ਦੇ ਅਜਿਹੇ ਕਿਸੇ ਵੀ ਨਿਰਦੇਸ਼ ਜਾਂ ਆਦੇਸ਼ ਦੇ ਹੁੰਦਿਆਂ ਹੋਇਆਂ ਰਾਜ ਸਰਕਾਰ ਜਾਂ ਸੰਬੰਧਿਤ ਪ੍ਰਸ਼ਾਸਨ ਲਈ ਔਖਾ ਹੋ ਜਾਂਦਾ ਹੈ ਕਿ ਉਹ ਇਸ ਕੇਸ ਨੂੰ ਰਿਵਿਊ ਨਾ ਕਰੇ। ਹਾਲਾਂਕਿ ਉਹਨਾਂ ਕੋਲ ਟੈਕਨੀਕਲ ਤੇ ਮੈਰਿਟ ਉੱਤੇ ਇੱਕ ਅਜਿਹਾ ਗਰਾਊਂਡ ਸੀ ਕਿ ਇਹਨਾਂ 11 ਦੇ 11 ਅਪਰਾਧੀਆਂ ਦੀ ਇਸ ਰਿਮਿਸ਼ਨ ਆਫ ਸੈਂਟੈਂਸ ਦੀ ਅਰਜ਼ੀ ਨੂੰ ਖਾਰਜ ਕਰ ਸਕਦੇ ਸੀ। ਇਸ ਦਾ ਕੋਈ ਵੀ ਲੌਜੀਕਲ ਆਧਾਰ ਬਣਾ ਸਕਦੇ ਸੀ। ਇਹਨਾਂ ਦੇ ਕੁਕਰਮ ਜਾਂ ਇਹਨਾਂ ਦੇ ਕੰਡਕਟ ਨੂੰ, ਜੇਲ੍ਹ ਦੇ ਵਿੱਚ ਇਹਨਾਂ ਦੇ ਵਿਵਹਾਰ ਨੂੰ ਬੇਸ ਬਣਾ ਕੇ ਜਾਂ ਫਿਰ ਉਸ ਤੋਂ ਪਹਿਲਾਂ ਜਿਸ ਤਰੀਕੇ ਦਾ ਇਹ ਹੀਨਸ ਕ੍ਰਾਈਮ ਸੀ ਉਸ ਨੂੰ ਇੱਕ ਆਧਾਰ ਬਣਾ ਕੇ ਇਸ ਚੀਜ਼ ਨੂੰ ਰਿਜੈਕਟ ਕੀਤਾ ਜਾ ਸਕਦਾ ਸੀ। ਲੇਕਿਨ ਜਿਹੜੀ ਪੋਲੀਟੀਕਲ ਡਿਸਪੈਂਸੇਸ਼ਨ ਗੁਜਰਾਤ ਦੇ ਵਿੱਚ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੈ। ਇਸ ਰਿਹਾਈ ਦੇ ਜ਼ਰੀਏ ਸ਼ਾਇਦ ਇੱਕ ਅਜਿਹਾ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਸੀ ਕਿ ਹਿੰਦੂਆਂ ਦੇ ਪ੍ਰਤੀ ਗੁਜਰਾਤ ਸੂਬੇ ਜਾਂ ਦੇਸ਼ ਦੇ ਵਿੱਚ ਕਾਨੂੰਨਾਂ ਦਾ ਪੈਮਾਨਾ ਵੱਖ ਹੈ ਤੇ ਜੇ ਇਹੀ ਕੁਕਰਮ ਕਿਸੇ ਹੋਰ ਫਿਰਕੇ ਦੇ ਕਿਸੇ ਅਪਰਾਧੀ ਵੱਲੋਂ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਉਸ ਨੂੰ ਮੈਰਿਟ ਦੇ ਆਧਾਰ ਉੱਤੇ ਰਿਜੈਕਟ ਕਰਤਾ ਜਾਂਦਾ। ਲੇਕਿਨ ਸੁਪਰੀਮ ਕੋਰਟ ਦੇ ਇਸ ਡਿਸੀਜਨ ਦੇ ਨਾਲ ਇੱਕ ਬੜੀ ਵੱਡੀ ਕਨਫਿਊਜ਼ਨ ਕ੍ਰੀਏਟ ਹੋ ਗਈ। ਉਸ ਕਨਫਿਊਜ਼ਨ ਨੂੰ ਗੁਜਰਾਤ ਸਰਕਾਰ ਤੇ ਸਟੇਟ ਨੇ ਤਾਂ ਆਪਣੇ ਇਸ ਫੈਸਲੇ ਦੇ ਨਾਲ ਰੈਸਟ ਤੇ ਪਾਤਾ, ਲੇਕਿਨ ਪੂਰੇ ਦੇਸ਼ ਨੂੰ ਇੱਕ ਅਜਿਹੀ ਡਿਬੇਟ ਦੇ ਵਿੱਚ ਝੋਕ ਦਿੱਤਾ ਜਿਸ ਦੇ ਉੱਤੇ ਅੱਜ ਤੱਕ ਇੱਕ ਪੂਰੀ ਦੀ ਪੂਰੀ ਮੁਹਿੰਮ ਚੱਲਦੀ ਪਈ ਹੈ। ਲੈ ਦੇ ਕੇ ਪਟੀਸ਼ਨ ਦੁਬਾਰਾ ਸੁਪਰੀਮ ਕੋਰਟ ਵਿੱਚ ਪਹੁੰਚ ਚੁੱਕੀ ਹੈ। ਹੁਣ ਇੱਥੇ ਮੈਂ ਉਸ ਕਾਨੂੰਨ ਦੇ CRPC ਦਾ ਜ਼ਿਕਰ ਕਰਨਾ ਚਾਹਾਂਗਾ। CRPC ਦੇ ਸੈਕਸ਼ਨ 432, 33, 434 ਤੇ 435 ਇਹ 4 ਅਜਿਹੇ ਸੈਕਸ਼ਨ ਨੇ ਜੋ ਕਿ ਕਿਸੇ ਵੀ ਅਪਰਾਧੀ, ਕਿਸੇ ਵੀ ਕੈਦੀ ਦੀ ਜਿਹੜੀ ਸਜ਼ਾ ਮਾਫੀ ਜਾਂ ਉਸ ਦੀ ਸਜ਼ਾ ਨੂੰ ਘੱਟ ਕਰਨ ਦੀ ਜਿਹੜੀ ਅਰਜ਼ੀ ਹੁੰਦੀ ਹੈ ਉਸ ਵੱਲੋਂ ਗੁਹਾਰ ਲਾਏ ਜਾਣ ਦਾ ਉਸਦਾ ਜਿਹੜਾ ਹੱਕ ਹੈ, ਅਖਤਿਆਰ ਹੈ, ਕਾਨੂੰਨੀ ਅਖਤਿਆਰ ਹੈ, ਉਸ ਨੂੰ ਗਵਰਨ ਕਰਦੇ ਨੇ। 432 ਤੇ 433 ਕਲੀਅਰ ਹੈਗੇ ਨੇ ਕਿ ਕੋਈ ਵੀ ਕੈਦੀ ਜੋ ਕਿ ਸਜ਼ਾ ਕੱਟਦਾ ਪਿਆ ਹੈ ਉਹ ਰਾਜ ਸਰਕਾਰ, ਕਿਉਂਕਿ ਇੱਕ ਸਟੇਟ ਸਬਜੈਕਟ ਹੈ ਲਾਅ ਐਂਡ ਆਰਡਰ, ਕ੍ਰਿਮੀਨਲ ਜਸਟਿਸ ਸਿਸਟਮ, ਤਾਂ ਉਹ ਰਾਜ ਸਰਕਾਰ ਕੋਲ ਅਰਜ਼ੀ ਲਾ ਸਕਦਾ ਹੈ ਤੇ ਕਈ ਕੇਸਾਂ ਤੇ ਜ਼ਿਆਦਾਤਰ ਕੇਸਾਂ ਦੇ ਵਿੱਚ ਸਟੇਟ ਗਵਰਨਮੈਂਟ ਨੇ ਹੀ ਉਸ ਦੀ ਸਜ਼ਾ ਘੱਟ ਕਰਨੀ ਹੁੰਦੀ ਹੈ ਜਾਂ ਮਾਫ ਕਰਨੀ ਹੁੰਦੀ ਹੈ। 434 ਜਿਹੜਾ ਹੈ ਸੈਕਸ਼ਨ ਉਹ ਕਨਕਰੈਂਟ ਪਾਵਰਸ ਦੇ ਦਿੰਦਾ ਹੈ, ਯਾਨੀ ਕਿ ਜਿਹੜੀ ਡੈਥ ਸੈਂਟੈਂਸਸ ਦੇ ਕੇਸ ਹੁੰਦੇ ਨੇ ਜਿੱਥੇ ਸਜ਼ਾਏ ਮੌਤ ਕਿਸੇ ਕੈਦੀ ਨੂੰ ਦਿੱਤੀ ਗਈ ਹੁੰਦੀ ਹੈ, ਉਸ ਕੇਸ ਦੇ ਵਿੱਚ ਕੇਂਦਰ ਸਰਕਾਰ ਕੋਲ ਵੀ ਇਹ ਅਖਤਿਆਰ ਸੂਬੇ ਸਰਕਾਰ ਦੇ ਨਾਲ ਪੈਰਲਲੀ ਹੁੰਦਾ ਹੈ। 435 ਇੱਕ ਅਜਿਹਾ ਸੈਕਸ਼ਨ ਹੈ CRPC ਦਾ ਜਿਸ ਤਹਿਤ ਕਿ ਕੇਂਦਰ ਸਰਕਾਰ ਦੇ ਮੁਤਲਕ ਜਿਹੜੇ ਅਪਰਾਧ ਹੁੰਦੇ ਨੇ, ਯਾਨੀ ਕਿ ਜਾਂ ਤਾਂ ਕੇਂਦਰ ਸਰਕਾਰ ਦੀ ਜਾਂਚ ਏਜੰਸੀ ਤੇ ਇਨਵੈਸਟੀਗੇਸ਼ਨ ਏਜੰਸੀ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਜਿਸ ਦੇ ਤਹਿਤ CBI ਕੰਮ ਕਰਦੀ ਹੈ, ਜੇ ਅਜਿਹੀ ਕਿਸੇ ਏਜੰਸੀ ਵੱਲੋਂ ਇਨਵੈਸਟੀਗੇਟ ਕੀਤੇ ਗਏ ਕਿਸੇ ਕੇਸ ਜਿਵੇਂ ਕਿ ਬਿਲਕਿਸ ਬਾਨੋ ਦੇ ਇਸ ਕੇਸ ਦੇ ਵਿੱਚ ਹੋਇਆ, ਜੇ ਅਜਿਹੇ ਕਿਸੇ ਕੇਸ ਦੀ ਰਿਮਿਸ਼ਨ ਦੀ ਗੱਲਬਾਤ ਕਰਨੀ ਹੈ ਤਾਂ ਫਿਰ ਉਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਹੈ। ਕੇਂਦਰ ਸਰਕਾਰ ਦੇ ਆਪਣੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਉਹਨਾਂ ਦੀ ਭੰਨ ਤੋੜ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣ ਦੇ ਕੋਈ ਵੀ ਅਜਿਹੇ ਅਪਰਾਧ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਰਿਮਿਸ਼ਨ ਦੇ ਅਖਤਿਆਰ ਹੁੰਦੇ ਨੇ ਉਹ ਸਟੇਟ ਗਵਰਨਮੈਂਟਸ ਤੋਂ ਲਿਮਿਟ ਕਰਤੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਸੋ ਬਿਲਕਿਸ ਬਾਨੋ ਦੇ ਕੇਸ ਵਿੱਚ ਹੋਇਆ ਕੀ,
ਬਿਲਕਿਸ ਬਾਨੋ ਦੇ ਕੇਸ ਵਿੱਚ ਹੋਇਆ ਇਹ ਕਿ ਇਸ ਕੇਸ ਦਾ ਇੱਕ ਯੂਨੀਲੈਟਰਲ ਫੈਸਲਾ ਸੁਪਰੀਮ ਕੋਰਟ ਦੇ ਇਸ ਆਰਡਰ ਤੋਂ ਬਾਅਦ, ਜੋ ਕਿ ਉਸਨੇ ਗੁਜਰਾਤ ਹਾਈ ਕੋਰਟ ਦੇ ਆਰਡਰ ਨੂੰ ਨਿਰਸਤ ਕਰਨ ਤੇ ਉਸ ਨੂੰ ਓਵਰਰੂਲ ਕਰਨ ਤੋਂ ਬਾਅਦ ਸੁਣਾਇਆ ਸੀ, ਇਹ ਪੂਰਾ ਦਾ ਪੂਰਾ ਫੈਸਲਾ ਸੁਓ ਮੋਟੋ ਗੁਜਰਾਤ ਸਰਕਾਰ ਨੇ ਲੈ ਲਿਆ, ਕਿਉਂਕਿ ਗੁਜਰਾਤ ਸਰਕਾਰ ਨੂੰ ਵੀ ਇਹ ਲੱਗਾ, ਇਹਨੇ ਫੈਕਟ ਵੀ ਸੀ ਕਿ ਸੁਪਰੀਮ ਕੋਰਟ ਨੇ ਪੂਰੀ ਦੀ ਪੂਰੀ ਬਾਲ ਉਹਨਾਂ ਦੇ ਪਾਲੇ ਵਿੱਚ ਸਿੱਟਤੀ ਸੀ। ਸੁਪਰੀਮ ਕੋਰਟ ਨੇ ਹੀ ਇਸ ਕੇਸ ਦੇ ਵਿੱਚ ਉਸ ਪਾਲਿਸੀ ਤੇ ਮੁੱਦੇ ਉੱਤੇ ਵੀ ਆਪਣਾ ਵਿਊ ਕਲੀਅਰ ਕਰਤਾ ਸੀ, ਯਾਨੀ ਕਿ 2013 ਦੀ ਨੀਤੀ ਦੇ ਤਹਿਤ ਇਸ ਰਿਮਿਸ਼ਨ ਆਫ ਸੈਂਟੈਂਸਿਸ ਨੂੰ ਨਾ ਵਿਚਾਰ ਕੇ 1992 ਦੀ ਹੀ ਨੀਤੀ ਉੱਤੇ ਫੈਸਲਾ ਲਿਆ ਜਾਣਾ ਸੁਪਰੀਮ ਕੋਰਟ ਨੇ ਸਹੀ ਕਰਾਰ ਦਿੱਤਾ ਸੀ। ਸੋ ਟੈਕਨੀਕਲ ਇਹਨਾਂ ਦੋਹਾਂ ਗਰਾਊਂਡ ਦੇ ਉੱਤੇ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਇੱਕ ਬਹੁਤ ਵੱਡਾ ਫ੍ਰੀ ਹੈਂਡ ਦਿੱਤਾ ਸੀ। ਤੀਸਰਾ ਜਿਹੜਾ ਇਸ਼ੂ ਬਹੁਤ ਇੰਪੋਰਟੈਂਟ ਸੀ, ਜਿਸ ਉੱਤੇ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦਾ ਪੱਖ ਪੂਰਿਆ, ਤੇ ਇਹ ਲੌਜੀਕਲੀ ਜਾਂ ਮੈਰਿਟ ਦੇ ਹਿਸਾਬ ਨਾਲ ਸੰਬੰਧਿਤ ਜੱਜਾਂ ਨੇ ਆਪਣੇ ਵਿਜ਼ਡਮ ਦੇ ਵਿੱਚ ਕੀਤਾ ਹੋ ਸਕਦਾ ਹੈ, ਉਸੇ ਜੂਰਿਸਡਿਕਸ਼ਨ ਦਾ। ਸੋ ਜੂਰਿਸਡਿਕਸ਼ਨ ਜਿਹੜੀ ਕਿ ਮਹਾਰਾਸ਼ਟਰ ਦੀ ਵਿਸ਼ੇਸ਼ ਅਦਾਲਤ ਜਾਂ ਟ੍ਰਾਇਲ ਕੋਰਟ ਜਿਸਨੇ ਸਜ਼ਾ ਸੁਣਾਈ ਸੀ, ਉਸ ਦਾ ਐਨਓਸੀ ਜਾਂ ਫਿਰ ਸੀਬੀਆਈ ਦੀ ਜਿਹੜਾ ਅਧਿਕਾਰ ਖੇਤਰ ਸੀ ਜਿਸਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਸੀ, ਉਹਨਾਂ ਦੇ ਐਨਓਸੀ ਦੇ ਬਗੈਰ ਇਸ ਸਜ਼ਾ ਨੂੰ ਮਾਫ ਕਰਨਾ, ਇਸ ਗੱਲਬਾਤ ਉੱਤੇ ਸੁਪਰੀਮ ਕੋਰਟ ਵੱਲੋਂ ਕੋਈ ਵੀ ਸਪਸ਼ਟ ਫੈਸਲਾ ਨਹੀਂ ਸੀ ਸੁਣਾਇਆ ਗਿਆ ਤੇ ਨਾ ਹੀ ਸ਼ਾਇਦ ਇਹ ਪਟੀਸ਼ਨ ਦਾ ਪਾਰਟ ਬਣਿਆ। ਸੋ ਇੱਕ ਬਹੁਤ ਵੱਡਾ ਲੈਪਸ ਹੋਇਆ। ਮੁੰਬਈ ਜਾਂ ਮਹਾਰਾਸ਼ਟਰ ਦੀਆਂ ਅਦਾਲਤਾਂ ਤੋਂ ਕੋਈ ਐਨਓਸੀ ਨਹੀਂ ਲਿਆ ਗਿਆ, ਸੀਬੀਆਈ ਤੋਂ ਕੋਈ ਐਨਓਸੀ ਨਹੀਂ ਲਿਆ ਗਿਆ। ਇੱਕ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਉੱਤੇ, ਜਿਸਨੇ ਕਿ ਇਸ ਇਸ਼ੂ ਨੂੰ ਸ਼ਾਇਦ ਟੱਚ ਹੀ ਨਹੀਂ ਕੀਤਾ, ਗੁਜਰਾਤ ਸਰਕਾਰ ਨੇ 11 ਦੇ 11 ਅਪਰਾਧੀਆਂ ਦੀ ਜਿਹੜੀ ਸਜ਼ਾ ਸੀ ਮਾਫ ਕਰਤੀ। ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਅਦਾਲਤਾਂ ਦੇ ਫੈਸਲਿਆਂ ਉੱਤੇ ਰਾਜ ਸਰਕਾਰਾਂ ਜਾਂ ਫਿਰ ਕੇਂਦਰ ਸਰਕਾਰ, ਜੋ ਕਿ ਪੋਲੀਟੀਕਲ ਡਿਸਪੈਂਸੇਸ਼ਨ ਹੁੰਦੀ ਹੈ, ਯਾਨੀ ਕਿ ਇਹ ਸਰਕਾਰਾਂ ਜੋ ਕਿ ਰਾਜਨੀਤੀ ਤੋਂ ਗ੍ਰਸਤ ਤੇ ਪ੍ਰੇਰਿਤ ਹੁੰਦੀਆਂ ਨੇ, ਇਹਨਾਂ ਨੂੰ ਕੀ ਅਖਤਿਆਰ ਹੈ ਇਸ ਤਰੀਕੇ ਦੇ ਫੈਸਲੇ ਸੁਣਾਉਣ ਦਾ? ਜਦੋਂ ਅਦਾਲਤਾਂ ਨੇ ਆਪਣੇ ਫੈਸਲੇ ਕੋਕ ਕਰਕੇ ਮੈਰਿਟਸ ਦੇ ਉੱਤੇ ਜਾ ਕੇ ਸੁਣਾਏ ਹੁੰਦੇ ਨੇ ਤਾਂ 10-10, 11-11, 12-12, 15-15 ਸਾਲਾਂ ਬਾਅਦ ਸਜ਼ਾਵਾਂ ਨੂੰ ਜਦੋਂ ਮਾਫ ਇਹ ਸਰਕਾਰਾਂ ਕਰਦੀਆਂ ਨੇ, ਇਹ ਪਿਓਰਲੀ ਪੋਲੀਟੀਕਲ ਡਿਸੀਜਨ ਹੁੰਦੇ ਨੇ। ਕਿਸੇ ਫਿਰਕੇ, ਕਿਸੇ ਕੌਮ, ਕਿਸੇ ਸਮੁਦਾਇ ਨੂੰ ਖੁਸ਼ ਕਰਨ ਲਈ ਵੀ ਸੂਬਾ ਸਰਕਾਰਾਂ ਵੱਲੋਂ ਜਾਂ ਕੇਂਦਰ ਸਰਕਾਰਾਂ ਵੱਲੋਂ ਇਸ ਤਰੀਕੇ ਦੀਆਂ ਸਜ਼ਾਵਾਂ ਮਾਫ ਕੀਤੀਆਂ ਜਾਂਦੀਆਂ ਨੇ। ਸੋ ਇਹ ਕਈ ਸਵਾਲ ਹੈਗੇ ਨੇ, ਕਈ ਬੜੇ ਮਹੱਤਵਪੂਰਨ ਸਵਾਲ ਹੈਗੇ ਨੇ ਜੋ ਕਿ ਖੜੇ ਹੁੰਦੇ ਨੇ। ਤੇ ਬਿਲਕਿਸ ਬਾਨੋ ਦੇ ਇਸ ਕੇਸ ਦੇ ਵਿੱਚ ਜੋ ਗੰਭੀਰਤਾ ਹੈ ਇਸ ਅਪਰਾਧ ਦੀ, ਉਹ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦੀ ਕਿ ਬਿਲਕਿਸ ਬਾਨੋ ਦੇ ਇਹਨਾਂ ਅਪਰਾਧੀਆਂ ਨੂੰ ਕੋਈ ਵੀ ਰਾਜ ਸਰਕਾਰ, ਕੋਈ ਵੀ ਪੋਲੀਟੀਕਲ ਪਾਰਟੀ ਦੀ ਸਰਕਾਰ ਇਸ ਤਰੀਕੇ ਨਾਲ ਸਜ਼ਾ ਮਾਫ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰ ਦੇ। ਸੋ ਦੇਸ਼ ਭਰ ਦੇ ਵਿੱਚ ਗੁੱਸਾ ਹੈ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਹੈ। ਦੇਖਦੇ ਹਾਂ ਕਿ ਸੁਪਰੀਮ ਕੋਰਟ ਇਸ ਦਾ ਕੀ ਵਿਊ ਲੈਂਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਲ ਲੁੱਕ ਫਾਰਵਰਡ ਟੂ ਸੁਪਰੀਮ ਕੋਰਟ ਆਫ ਇੰਡੀਆ, ਕੀ ਫੈਸਲਾ ਉਹਨਾਂ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਸੁਣਾਉਂਦੀ ਹੈ। ਲੈਟਸ ਰੇਜ਼ ਦਾ ਹੈਲ, ਇਹ ਕੈਂਪੇਨ ਸ਼ੁਰੂ ਹੋ ਚੁੱਕੀ ਹੈ ਤੇ ਸਾਡਾ ਤੁਹਾਡਾ ਸਭ ਦਾ ਹੱਕ ਬਣਦਾ ਹੈ, ਸਾਡੀ ਇੱਕ ਜ਼ਿੰਮੇਵਾਰੀ ਵੀ ਹੈ ਕਿ ਇਸ ਤਰੀਕੇ ਦੇ ਉਲ ਜਲੂਲ ਸਰਕਾਰਾਂ ਦੇ ਜਿਹੜੇ ਫੈਸਲੇ ਹੈ ਉਹਨਾਂ ਨੂੰ ਪਬਲਿਕ ਓਪੀਨੀਅਨ ਦੇ ਜ਼ਰੀਏ ਉਹਨਾਂ ਦੀ ਬਦਲਾਅ ਤੇ ਤਰਮੀਮਾਂ ਕਰਾਉਣ ਲਈ ਆਪਾਂ ਪੂਰੀ ਦੀ ਪੂਰੀ ਲਾਮਬੰਦੀ ਕਰੀਏ। ਸੋ ਇਸ ਮੁਹਿੰਮ ਦਾ ਹਿੱਸਾ ਲੋਕ ਬਣ ਸਕਦੇ ਨੇ, ਜੋ ਲੋਕ ਮਹਿਸੂਸ ਕਰਦੇ ਨੇ, ਇਤਫਾਕ ਰੱਖਦੇ ਨੇ ਉਹ ਗੱਲਾਂ ਬਾਤਾਂ ਤੇ ਉਹ ਵਿਚਾਰਾਂ ਦੇ ਨਾਲ, ਜੋ ਕਿ ਅੱਜ ਦੀ ਇਸ ਰਿਪੋਰਟ ਜਾਂ ਹੋਰ ਮੀਡੀਆ ਦੇ ਜ਼ਰੀਏ ਵੀ ਜੋ ਰਿਪੋਰਟਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਉਹ ਤੁਸੀਂ ਵੇਖਿਆ ਨੇ ਉਹਨਾਂ ਦੇ ਨਾਲ। ਸੋ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਇੱਕ ਹੋਰ ਰਿਪੋਰਟ ਲੈ ਕੇ ਛੇਤੀ ਮੁਲਾਕਾਤ ਹੋਏਗੀ। ਧੰਨਵਾਦ।